ਵੈਲਕਮ ਸਟੂਡੈਂਟਸ, ਮਾਈ ਨੇਮ ਇਜ਼ ਗੁਰਸੰਗਤ ਸਿੰਘ। ਅੱਜ ਆਪਾਂ ਫਿਰ ਤੋਂ ਇੱਕ ਹੋਰ ਸ਼ਡਿਊਲਿੰਗ ਐਲਗੋਰਿਦਮ ਲੈ ਕੇ ਆਏ ਹਾਂ, ਜਿਹੜਾ ਕੀ ਹੈ ਸ਼ੋਰਟੈਸਟ ਜੋਬ ਫਸਟ। ਇੱਕ ਨੋਨ ਪ੍ਰੀਐਮਪਟਿਵ ਟਾਈਪ ਦਾ ਐਲਗੋਰਿਦਮ ਹੈ, ਜਿਹਦੇ ਵਿੱਚ ਆਪਾਂ ਕਿਸੇ ਵੀ ਪ੍ਰੋਸੈਸ ਦਾ ਚੈੱਕ ਕਰਾਂਗੇ ਪਹਿਲਾਂ ਬਰਸਟ ਟਾਈਮ। ਜਿਵੇਂ ਕਿ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ, ਸ਼ੋਰਟੈਸਟ ਜੋਬ ਫਸਟ। ਜਿਹੜੇ ਵੀ ਪ੍ਰੋਸੈਸ ਦਾ ਬਰਸਟ ਟਾਈਮ ਘੱਟ ਹੋਊਗਾ ਉਹ ਪਹਿਲਾਂ ਐਗਜ਼ੀਕਿਊਟ ਹੋਊਗਾ। ਹੁਣ ਆਪਾਂ ਜੇ ਸੋਚੀਏ ਕਿ ਅਗਰ ਬਰਸਟ ਟਾਈਮ ਦੋ ਪ੍ਰੋਸੈਸ ਦਾ ਸੇਮ ਹੋਵੇ, ਉਸ ਕੰਡੀਸ਼ਨ 'ਚ ਆਪਾਂ ਕੀ ਕਰਾਂਗੇ। ਅਤੇ ਜਿਵੇਂ ਇੱਥੇ ਲਿਖਿਆ ਦੇਖ ਰਹੇ ਹੋ ਤੁਸੀਂ, ਸਭ ਤੋਂ ਪਹਿਲਾਂ ਆਪਾਂ ਚੈੱਕ ਕਰਾਂਗੇ ਬਰਸਟ ਟਾਈਮ। ਅਗਰ ਬਰਸਟ ਟਾਈਮ ਇਕੁਅਲ ਹੋਇਆ ਫਿਰ ਆਪਾਂ ਚੈੱਕ ਕਰਾਂਗੇ ਅਰਾਈਵਲ ਟਾਈਮ ਪ੍ਰੋਸੈਸ ਦਾ। ਅਗਰ ਅਰਾਈਵਲ ਟਾਈਮ ਵੀ ਸੇਮ ਹੋਇਆ ਫਿਰ ਆਪਾਂ ਚੈੱਕ ਕਰਾਂਗੇ ਪ੍ਰੋਸੈਸ ਆਈਡੀ। ਪ੍ਰੋਸੈਸ ਆਈਡੀ ਜਿਹਦੀ ਘੱਟ ਹੋਊਗੀ, ਜਿਹਦੀ ਛੋਟੀ ਹੋਊਗੀ ਪ੍ਰੋਸੈਸ ਆਈਡੀ, ਉਹ ਪਹਿਲਾਂ ਐਗਜ਼ੀਕਿਊਟ ਹੋਊਗਾ। ਹੁਣ ਆਪਾਂ ਇਹਦੇ ਨਾਲ ਹੀ ਪਹਿਲੀ ਐਗਜ਼ਾਮਪਲ ਦੇਖਦੇ ਹਾਂ, ਇੱਥੋਂ ਤੁਹਾਨੂੰ ਜ਼ਿਆਦਾ ਕਲੀਅਰ ਹੋ ਜੂਗੀ ਚੀਜ਼ਾਂ। ਤਿੰਨ ਪ੍ਰੋਸੈਸ ਨੇ। ਹੁਣ ਸ਼ੋਰਟੈਸਟ ਜੋਬ ਫਸਟ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਦੇਖਣਾ ਬਰਸਟ ਟਾਈਮ। ਜਿਵੇਂ ਆਪਾਂ ਦੇਖ ਰਹੇ ਹਾਂ P2 ਅਤੇ P3 ਦਾ ਬਰਸਟ ਟਾਈਮ ਸੇਮ ਹੈ, 3 ਸੈਕਿੰਡ 3 ਸੈਕਿੰਡ। ਹੁਣ ਇਹਨਾਂ ਵਿੱਚੋਂ ਪਹਿਲਾਂ ਕਿਹੜਾ ਪ੍ਰੋਸੈਸ ਐਗਜ਼ੀਕਿਊਟ ਹੋਊਗਾ। ਜੇ ਦੇਖੀਏ, ਜਿਵੇਂ ਮੈਂ ਉੱਪਰ ਦੱਸਿਆ ਸੀ ਕਿ ਪਹਿਲਾਂ ਆਪਾਂ ਬਰਸਟ ਟਾਈਮ ਦੇਖਣਾ, ਅਗਰ ਬਰਸਟ ਟਾਈਮ ਵੀ ਇਕੁਅਲ ਹੋਇਆ ਫਿਰ ਆਪਾਂ ਅਰਾਈਵਲ ਟਾਈਮ ਦੇਖਣਾ। ਇੱਥੇ ਇਸ ਕੰਡੀਸ਼ਨ 'ਚ ਅਰਾਈਵਲ ਟਾਈਮ ਵੀ ਦੋਵਾਂ ਦਾ ਸੇਮ ਹੈ, ਅਰਾਈਵਲ ਟਾਈਮ 0 ਹੈ, ਅਰਾਈਵਲ ਟਾਈਮ ਵੀ ਸੇਮ ਹੈ। ਹੁਣ ਜੇ ਅਰਾਈਵਲ ਟਾਈਮ ਵੀ ਸੇਮ ਹੈ ਅਤੇ ਆਪਾਂ ਪ੍ਰੋਸੈਸ ਆਈਡੀ ਦੇਖਣੀ ਹੈ। ਪ੍ਰੋਸੈਸ ਆਈਡੀ ਕਿਹਦੀ ਛੋਟੀ ਹੈ, P2 ਦੀ, ਅਤੇ P2 ਪਹਿਲਾਂ ਐਗਜ਼ੀਕਿਊਟ ਹੋਊਗਾ। ਗੈਂਟ ਚਾਰਟ ਹਮੇਸ਼ਾ ਸਟਾਰਟ ਹੁੰਦਾ 0 ਤੋਂ। P2 ਪਹਿਲਾਂ ਐਗਜ਼ੀਕਿਊਟ ਹੋਊਗਾ। ਸ਼ੋਰਟੈਸਟ ਜੋਬ ਫਸਟ ਇੱਕ ਨੋਨ ਪ੍ਰੀਐਮਪਟਿਵ ਟਾਈਪ ਦਾ ਐਲਗੋਰਿਦਮ ਹੈ, ਮਤਲਬ ਜਿੰਨਾ ਵੀ ਉਹਦਾ ਬਰਸਟ ਟਾਈਮ ਹੈ ਉਹ ਕੰਪਲੀਟਲੀ ਐਗਜ਼ੀਕਿਊਟ ਹੋਊਗਾ। P2 ਹੋਇਆ 3 ਸੈਕਿੰਡ ਲਈ। ਉਸ ਤੋਂ ਬਾਅਦ ਬਰਸਟ ਟਾਈਮ ਕਿਹਦਾ ਘੱਟ ਹੈ, P3 ਦਾ। P3 3 + 3 6। ਉਸ ਤੋਂ ਬਾਅਦ P1 6 + 24 = 30। ਉਵੇਂ ਇੱਥੇ ਕੰਪਲੀਸ਼ਨ ਟਾਈਮ ਲਿਖ ਲਾਂਗੇ। P1 ਦਾ 30, P2 is 3, P3 is 6। ਟਰਨ ਅਰਾਊਂਡ ਟਾਈਮ ਕੱਢ ਲਾਂਗੇ। ਟਰਨ ਅਰਾਊਂਡ ਟਾਈਮ = ਕੰਪਲੀਸ਼ਨ ਟਾਈਮ ਮਾਈਨਸ ਅਰਾਈਵਲ ਟਾਈਮ। ਅਰਾਈਵਲ ਟਾਈਮ ਸਾਰਿਆਂ ਦਾ 0 ਹੀ ਆ, ਅਤੇ ਟਰਨ ਅਰਾਊਂਡ ਟਾਈਮ ਸੇਮ ਆ ਜਾਊਗਾ। ਟਰਨ ਅਰਾਊਂਡ ਟਾਈਮ = 30 - 0 30, 3 - 0 3, 6 - 0 6। ਉਸ ਤੋਂ ਬਾਅਦ ਆਪਾਂ ਵੇਟਿੰਗ ਟਾਈਮ ਕੱਢ ਲਾਂਗੇ। ਵੇਟਿੰਗ ਟਾਈਮ = ਟਰਨ ਅਰਾਊਂਡ ਟਾਈਮ ਮਾਈਨਸ ਬਰਸਟ ਟਾਈਮ। ਟਰਨ ਅਰਾਊਂਡ ਟਾਈਮ ਕਿੰਨਾ, 30 P1 ਦਾ। 30 - 24 = 6। ਉਸ ਤੋਂ ਬਾਅਦ 3 - 3 0, 6 - 3 3। ਅਤੇ ਆਪਾਂ ਐਵਰੇਜ ਟਰਨ ਅਰਾਊਂਡ ਟਾਈਮ ਕੱਢ ਲਾਂਗੇ। 30 + 3 + 6 / ਨੰਬਰ ਆਫ ਪ੍ਰੋਸੈਸਿਸ = 3, 39/3 ਆ ਗਿਆ 13। ਉਸ ਤੋਂ ਬਾਅਦ ਆਪਾਂ ਐਵਰੇਜ ਵੇਟਿੰਗ ਟਾਈਮ ਕੱਢ ਲਾਂਗੇ। ਐਵਰੇਜ ਵੇਟਿੰਗ ਟਾਈਮ 6 + 0 + 3 / 3 = 9/3 = 3। ਐਗਜ਼ਾਮਪਲ ਦੇਖ ਲਓ ਇੱਕ ਵਾਰੀ। ਇਹ ਸਿੰਪਲ ਐਗਜ਼ਾਮਪਲ ਲਿੱਤੀ ਆਪਾਂ ਸਮਝਣ ਲਈ। ਇਹ ਤੋਂ ਬਾਅਦ ਆਪਾਂ ਇੱਕ ਹੋਰ ਐਗਜ਼ਾਮਪਲ ਦੇਖ ਰਹੇ ਹਾਂ, ਫਿਰ ਇੱਕ ਪ੍ਰੈਕਟਿਸ ਕੁਐਸਚਨ ਤੁਹਾਡੇ ਲਈ। ਓਕੇ, ਕੁਐਸਚਨ ਹੈ ਇੱਕ, ਸੈਕਿੰਡ ਐਗਜ਼ਾਮਪਲ ਹੈ ਇੱਕ। ਇਹਦੇ ਵਿੱਚ ਹੁਣ ਆਪਾਂ ਦੇਖੀਏ, ਗੈਂਟ ਚਾਰਟ ਹਮੇਸ਼ਾ ਸਟਾਰਟ ਹੋਊਗਾ 0 ਤੋਂ। ਹੁਣ ਆਪਾਂ ਦੇਖਣਾ ਸਭ ਤੋਂ ਘੱਟ ਬਰਸਟ ਟਾਈਮ ਕਿਹਦਾ।
सब तो घट बर्स्ट टाइम है P5 का 1, मगर P5 अराइव बहुत लेट होया, अराइव होया 5 सैकेंड ते। हुण अपना गैंट चार्ट 0 तो स्टार्ट हो रहा, तो आप देखांगे 0 ते किहड़ा प्रोसैस आ रहा है। कोई प्रोसैस है जिहड़ा 0 सैकेंड ते अराइव होया, वो है P1 नॉन प्रीएम्पटिव टाइप का, कंप्लीटली एग्जीक्यूट होगा। P1 का बर्स्ट टाइम है 6 तो आ गया 6 सैकेंड ਲਈ। ਹੁਣ ਆਪਾਂ देखना है 6 सैकेंड तक जिन्ने भी प्रोसैस आ गए उन्हां चों बर्स्ट टाइम सब तो घट किहदा, सब तो घट जिवें आपां देखिया सी P5 का, P5 हो जाऊगा बर्स्ट टाइम कितना 1 सैकेंड, चल जूगा 7 तक। उस तो बाद फिर उस तो बाद देखिए 7 सैकेंड तक आ गए, अपने कोल रहिंदे ने P2 P3 P4 और P6। इन्हां विचों सब तो घट है बर्स्ट टाइम P4 का, डेट इज़ 2। तो बाद P4 एग्जीक्यूट हो जाऊगा 2 सैकेंड ਲਈ 9। ਹੁਣ सारे प्रोसैस आ चुके ने क्यू विच एग्जीक्यूट होने ਲਈ। ਹੁਣ ਆਪਾਂ ਦੇਖਾਂਗੇ सब तो घट इस टाइम बर्स्ट टाइम किहदा, ये भी डन है, P1 डन है, P5 डन है। ਹੁਣ देखिए आप बर्स्ट टाइम 3 है 4 है 5 है 2 है, सब तो घट है 2 किहदा P7 का, तो P7 अगे होगा P7 2 सैकेंड ਲਈ 11। उस तो बाद ये भी डन है। उस तो बाद बर्स्ट टाइम घट किहदा P2 का, P2 का 3, फिर P2 होगा 11 + 3 14। उस तो बाद किहदा घट है P3 का, P3 14 + 4 इज़ 18। तो बाद एक और रह गया P6 18 + 5 23। बस उवें अगे एवरेज कढ लेनी है। पहला सब तो पहला आप कंप्लीशन टाइम, सॉरी कंप्लीशन टाइम पहला कढांगे आप। कंप्लीशन टाइम आप P1 का है 6, P1 का 6। उस तो बाद 14 18 9 7 23 एंड 11। टर्न अराउंड टाइम कट लेंगे। टर्न अराउंड टाइम इज इक्वल टू कंप्लीशन टाइम माइनस अराइवल टाइम। P1 का टर्न अराउंड टाइम 6 - 0 6। उस तो बाद 14 - 1 13, 18 - 2 16, 9 - 4 5, 7 - 5 2, 23 - 6 17, 11 - 8 इज इक्वल टू 3। तो बाद हमें वेटिंग टाइम करना। वेटिंग टाइम इज इक्वल टू टर्न अराउंड टाइम माइनस बर्स्ट टाइम। P1 का टर्न अराउंड टाइम इज 6, बर्स्ट टाइम 6, 6 - 6 0, 13 - 3 10, 6 - 4 12, 5 - 2 3, 2 - 1 1, 17 - 5 12, 3 - 2 1। नन दी एवरेज कट लांगे। एवरेज टर्न अराउंड टाइम इज इक्वल टू 6 + 13 + 16 + 5 + 2 + 17 + 3 डिवाइड बाय 7, ये आ जाऊगा 8.857। हमें एवरेज वेटिंग टाइम कट लाँगे। एवरेज वेटिंग टाइम इज इक्वल टू 0 + 10 + 12 + 3 + 1 + 12 + 1 डिवाइड बाय 7 इज इक्वल टू 39/7 इज इक्वल टू 5.571। एवरेज टर्न अराउंड टाइम, एवरेज वेटिंग टाइम आ गए। एक बार एग्जाम्पल देख लो। इस तरह के सिमिलर क्वेश्चन गेट और UGC नैट च भी तुसीं देख सकते हो। सिमिलर क्वेश्चन एवें दे आउणगे।
ਇਸ ਤੋਂ ਬਾਅਦ 'ਚ ਇੱਕ ਪ੍ਰੈਕਟਿਸ ਕੁਐਸਚਨ ਤੁਹਾਡੇ ਲਈ। ਪ੍ਰੈਕਟਿਸ ਕੁਐਸਚਨ ਇਹ ਵੀ ਸਿਮਿਲਰ ਵੇ 'ਚ शॉर्टेस्ट जॉब फर्स्ट एल्गोरिदम यूज़ करके, शॉर्टेस्ट जॉब फर्स्ट एल्गोरिदम यूज़ करके एवरेज टर्न अराउंड टाइम और एवरेज वेटिंग टाइम करना है। और कमेंट सैक्शन च अपने आंसर ज़रूर कमेंट करो।